ਕੇਂਦਰ ਸਰਕਾਰ ਦੀ ਹੁਣ ਜਲਦ ਹੀ ਆਨਲਾਈਨ ਨਿਊਜ਼ ਪੋਰਟਲ ਅਤੇ ਡਿਜੀਟਲ ਖੇਤਰ ਵਿੱਚ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਇਸ ਬਾਰੇ ਇੱਕ ਨੋਟੀਫਿਕੇਸ਼ਨ 11 ਨਵੰਬਰ ਨੂੰ ਜਾਰੀ ਹੋਣ ਤੋਂ ਬਾਅਦ ਇਸ ਤੇ ਚੁਣ ਚਰਚਾ ਤੇਜ਼ ਹੋਈ ਹੈ ਕਿ ਕੇਂਦਰ ਸਰਕਾਰ ਆਨਲਾਈਨ ਨਿਊਜ਼ ਪੋਰਟਲ ਅਤੇ OTT ਪਲੇਟਫਾਰਮ ਨੂੰ ਮੁਕੰਮਲ ਤੌਰ ਤੇ ਆਪਣੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਦੇ ਕੰਟਰੋਲ ਅਧੀਨ ਲਿਆਉਣਾ ਚਾਹੁੰਦੀ ਹੈ। ਕੈਬਨਿਟ ਸੈਕਟਰੀਏਟ ਵੱਲੋਂ ਬੁੱਧਵਾਰ ਨੂੰ ਇੱਕ ਨੋਟੀਫਿਕੇਸ਼ਨ ਇਸ ਬਾਰੇ ਬਕਾਇਦਾ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਆਨਲਾਈਨ ਕੰਟੈਂਟ ਪ੍ਰੋਵਾਈਡਰ ਅਤੇ ਨਿਊਜ਼ ਅਤੇ ਕਰੰਟ ਅਫੇਅਰਸ ਕੰਟੈਂਟ ਜੋ ਆਨਲਾਈਨ ਪਲੇਟਫਾਰਮ ਉੱਪਰ ਹੈ ਉਸ ਨੂੰ ਸਰਕਾਰੀ ਨਿਗਰਾਨੀ ਅਧੀਨ ਲਿਆਉਣ ਦੀ ਤਿਆਰੀ ਸਰਕਾਰ ਨੇ ਕੱਸ ਲਈ ਹੈ। ਇਹ ਨੋਟੀਫਿਕੇਸ਼ਨ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਜ਼ਰੀਏ ਭਾਰਤ ਸਰਕਾਰ ਦਾ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮੰਤਰਾਲਾ ਆਨਲਾਈਨ ਪਲੇਟਫਾਰਮ ਤੇ ਖਬਰੀਆ ਪੋਰਟਲ ਉੱਪਰ ਨਜ਼ਰਸਾਨੀ ਕਰੇਗਾ। ਹੁਣ ਸਭ ਉਸ ਦੀ ਨਿਗਰਾਨੀ ਹੇਠ ਹੀ ਹੋਵੇਗਾ। ਹਾਲਾਂਕਿ ਸੈਲਫ ਰੈਗੂਲੇਸ਼ਨ ਤਹਿਤ ਚੱਲ ਰਹੇ ਆਨਲਾਈਨ ਨਿਊਜ਼ ਪੋਰਟਲ ਉੱਪਰ ਸਰਕਾਰ ਦੀ ਹੁਣ ਤਿੱਖੀ ਨਜ਼ਰ ਹੈ, ਸਖਤ ਸੈਂਸਰਸ਼ਿਪ ਦੀ ਤਿਆਰੀ ਹੈ। ਇਸ ਦੇ ਨਾਲ ਹੀ ਸਟ੍ਰੀਮਿੰਗ ਪਲੇਟਫਾਰਮ ਜਿਵੇਂ ਨੈਟਫਲਿਕਸ, ਐਮਾਜ਼ਨ ਪ੍ਰਾਈਮ, ਹੌਟਸਟਾਰ, G5, ਸੋਨੀ ਲਿਵ ਅਤੇ ਹੋਰ ਸਿੱਧੇ ਤੌਰ ਤੇ ਕੇਂਦਰੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮੰਤਰਾਲੇ ਦੇ ਅਧੀਨ ਆ ਜਾਣਗੇ। ਇਸ ਦਾ ਹੁਣ ਇੱਕ ਹੀ ਸਿੱਧਾ ਮਤਲਬ ਹੈ ਕਿ ਮੰਤਰਾਲਾ ਹੁਣ OTT ਪਲੇਟਫਾਰਮ ਨੂੰ ਸਿੱਧਾ ਰੈਗੂਲੇਟ ਕਰੇਗਾ ਅਤੇ ਉਹਨਾਂ ਨੂੰ ਜਾਰੀ ਗਾਈਡਲਾਈਨ ਮੁਤਾਬਕ ਚੱਲਣਾ, ਕੰਟੈਂਟ ਚਲਾਉਣ ਲਈ ਵਜਿਦ ਹੋਣਾ ਪਵੇਗਾ। ਅਸੈਸ ਨਾਓ ਦੇ ਏਸ਼ੀਆ ਪਾਲਿਸੀ ਡਾਇਰੈਕਟਰ ਅਤੇ ਸੀਨੀਅਰ ਇੰਟਰਨੈਸ਼ਨਲ ਕਾਉਂਸਲ ਰਮਨ ਚੀਮਾ ਦਾ ਕਹਿਣਾ ਹੈ ਕਿ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਇਨਫੋਰਮੇਸ਼ਨ ਤੇ ਬ੍ਰੌਡਕਾਸਟਿੰਗ ਮੰਤਰਾਲਾ ਹੁਣ ਹੁਕਮ ਅਤੇ ਗਾਈਡਲਾਈਨ ਜਾਰੀ ਕਰੇਗਾ ਜੋ ਨਾਨ ਗਵਰਨਮੈਂਟ ਐਕਟਰਸ ਨੂੰ ਇਹ ਕਰਨਾ ਜਾਂ ਨਾ ਕਰਨ ਤੇ ਪਾਬੰਦ ਕਰਨਗੇ। ਹਾਲਾਂਕਿ ਜੋ ਫੰਡਾਮੈਂਟਲ ਰਾਈਟਸ ਤੇ ਆੜੇ ਆਵੇਗਾ ਉਸ ਨੂੰ ਕਾਨੂੰਨ ਦੇ ਦਾਇਰੇ ਵਿੱਚ ਵਿਚਾਰਨਾ ਹੋਵੇਗਾ। ਹਾਲਾਂਕਿ ਉਹਨਾਂ ਨੇ ਇਸ ਬਾਰੇ ਇੱਕ ਟਵੀਟ ਵਿੱਚ ਬਕਾਇਦਾ ਸਵਾਲ ਹੀ ਚੁੱਕੇ ਹਨ ਕਿ ਇਸ ਭਾਸ਼ਾ ਤੋਂ ਕੀ ਅੰਦਾਜ਼ਾ ਲਾਈਏ ਕਿ ਹੁਣ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ OTT ਸਟ੍ਰੀਮਿੰਗ ਮੀਡੀਆ ਅਤੇ ਆਨਲਾਈਨ ਨਿਊਜ਼ ਵਿੱਚ ਸਿੱਧਾ ਦਖਲ ਦੇਵੇਗਾ। IFF ਦੀ ਐਗਜ਼ੀਕਿਊਟਿਵ ਡਾਇਰੈਕਟਰ ਅਪਾਰ ਗੁਪਤਾ ਦਾ ਕਹਿਣਾ ਹੈ ਕਿ ਇਹ ਦੋਵੇਂ ਪ੍ਰਬੰਧਨ ਦੇ ਤੌਰ ਤਰੀਕੇ, ਲਾਇਸੈਂਸਿੰਗ ਅਤੇ ਕੰਟੈਂਟ ਸੈਂਸਰਸ਼ਿਪ ਪਾਵਰ ਜ਼ਰੀਏ ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਬ੍ਰੌਡਕਾਸਟਿੰਗ ਵਿੱਚ ਜਾਰੀ ਸਿਨੇਮੈਟੋਗ੍ਰਾਫ ਐਕਟ ਅਤੇ ਕੇਬਲ ਟੈਲੀਵਿਜ਼ਨ ਰੈਗੂਲੇਸ਼ਨ ਐਕਟ ਤਹਿਤ ਜਾਰੀ ਹੈ। ਹਾਲਾਂਕਿ ਉਹਨਾਂ ਨੇ ਇਸ ਤੇ ਥੋੜੀ ਹੈਰਾਨੀ ਜ਼ਾਹਰ ਕੀਤੀ ਹੈ ਕਿ ਹੁਣ ਆਨਲਾਈਨ ਕੰਟੈਂਟ ਨੂੰ ਵੀ ਇਸ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ ਜੋ ਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਹਰ ਸੀ। ਉਹਨਾਂ ਨੇ ਹਾਲਾਂਕਿ ਇਸ ਤੇ ਆਪਣੀ ਫਿਕਰ ਵੀ ਜ਼ਾਹਰ ਕੀਤੀ ਹੈ ਕਿ ਹੁਣ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਇਸ ਨੂੰ ਰੈਗੂਲੇਟ ਕਰਨ ਦੀ ਤਿਆਰੀ ਵਿੱਚ ਹੈ। ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਦੇ ਸੈਕਟਰੀ ਅਮਿਤ ਖਰੇ ਮੁਤਾਬਕ ਜੁਲਾਈ ਮਹੀਨੇ ਹੀ ਮਿਨਿਸਟਰੀ ਵੱਲੋਂ ਇਹ ਪ੍ਰਪੋਜ਼ਲ ਰੱਖਿਆ ਗਿਆ ਸੀ ਕਿ ਭਾਰਤ ਵਿੱਚ ਆਨਲਾਈਨ ਕੰਟੈਂਟ ਨੂੰ ਦਾਇਰੇ ਵਿੱਚ ਲਿਆਂਦਾ ਜਾਵੇ। ਹਾਲਾਂਕਿ ਹੁਣ ਸਰਕਾਰ ਵੱਲੋਂ 11 ਨਵੰਬਰ ਨੂੰ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ ਨਿਊਜ਼ ਅਤੇ ਕੰਟੈਂਟ ਅਫੇਅਰਸ ਕੰਟੈਂਟ ਜੋ ਆਨਲਾਈਨ ਪਲੇਟਫਾਰਮ ਉੱਪਰ ਹੈ ਉਸ ਨੂੰ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਦੀ ਹਦੂਦ ਵਿੱਚ ਲੈ ਆਂਦਾ ਜਾਵੇ। ਅਪਾਰ ਗੁਪਤਾ ਦਾ ਕਹਿਣਾ ਹੈ ਕਿ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਮੁਤਾਬਕ ਆਨਲਾਈਨ ਨਿਊਜ਼ ਪੋਰਟਲ ਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ, ਸੋ ਇੱਥੇ ਉਹਨੂੰ ਰੈਗੂਲੇਸ਼ਨ ਦੇ ਦਾਇਰੇ ਵਿੱਚ ਲਿਆਉਣ ਦੀ ਕਵਾਇਦ ਹੈ। ਵੱਖਰੇ ਤੌਰ ਤੇ ਸਰਕਾਰ ਨੇ ਇਸ ਪਾਸੇ ਵੀ ਇਸ਼ਾਰਾ ਕਰ ਦਿੱਤਾ ਹੈ ਕਿ ਉਸ ਦਾ ਇਰਾਦਾ ਡਿਜੀਟਲ ਮੀਡੀਆ ਦੇ ਖੇਤਰ ਵਿੱਚ FDI ਨੂੰ ਵੀ ਰੈਗੂਲੇਟ ਕਰਨ ਦਾ ਹੈ, ਜਿਵੇਂ ਕਿ ਟੈਲੀਵਿਜ਼ਨ ਅਤੇ ਪ੍ਰਿੰਟ ਦੇ ਖੇਤਰ ਵਿੱਚ ਜਾਰੀ ਹੈ। ਹਾਲਾਂਕਿ ਮਾਹਿਰ ਇਹ ਮੰਨਦੇ ਹਨ ਕਿ ਸਰਕਾਰ ਵੱਲੋਂ ਆਇਆ ਨਵਾਂ ਨੋਟੀਫਿਕੇਸ਼ਨ ਦੋ ਤਰੀਕੇ ਨਾਲ ਅਸਰਅੰਦਾਜ਼ ਕਰਨ ਵਾਲਾ ਹੈ। ਪਹਿਲਾ ਇਹ ਬੋਲਣ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਤੇ ਬੰਦਿਸ਼ਾਂ ਆਇਦ ਕਰਨ ਵਾਲਾ ਹੈ ਅਤੇ ਇਸ ਬਾਰੇ ਸੈਂਸਰਸ਼ਿਪ ਦਾ ਮਸਲਾ ਉੱਭਰਦਾ ਹੈ। ਇਸ ਨਾਲ ਹੀ ਨਵੇਂ ਉਦਮ, ਕਲਾਤਮਕਤਾ ਅਤੇ ਇਨਵੈਸਟਮੈਂਟ ਨੂੰ ਰੋਕਣ ਵਾਲਾ ਹੈ। ਸੋ ਇਸ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਲੈ ਕੇ ਸਵਾਲ ਉੱਠ ਖੜੇ ਹੋਏ ਹਨ। ਹਾਲਾਂਕਿ OTT ਪਲੇਟਫਾਰਮ ਉੱਪਰ ਇਸ ਨੋਟੀਫਿਕੇਸ਼ਨ ਦੇ ਆਇਦ ਹੋਣ ਤੋਂ ਬਾਅਦ ਵੱਡੇ ਸਵਾਲ ਉੱਠੇ ਹਨ, ਕਿਉਂਕਿ ਇਸ ਵੇਲੇ ਜਿਸ ਤਰ੍ਹਾਂ ਦਾ ਕੰਟੈਂਟ OTT ਪਲੇਟਫਾਰਮ ਉੱਪਰ ਵਿਖਾਇਆ ਜਾ ਰਿਹਾ ਹੈ ਉਹ ਹੁਣ ਜਦੋਂ ਉਸ ਲਈ ਇਨਫੋਰਮੇਸ਼ਨ ਅਤੇ ਬ੍ਰੌਡਕਾਸਟਿੰਗ ਮੰਤਰਾਲੇ ਦੀ ਪ੍ਰਵਾਨਗੀ ਲੈਣੀ ਪਵੇਗੀ ਤਾਂ ਇਸ ਬਾਰੇ ਕਈ ਪੇਚੀਦਗੀਆਂ ਹਨ। ਇਸ ਨਾਲ ਕਈ ਮਸਲੇ ਉੱਠ ਖੜੇ ਹੋਣਗੇ, ਕਿਉਂਕਿ ਸਾਰੇ ਹੀ OTT ਪਲੇਟਫਾਰਮ ਉੱਪਰ ਜੋ ਕੰਟੈਂਟ ਫਿਲਹਾਲ ਵਿਖਾਇਆ ਜਾ ਰਿਹਾ ਹੈ ਉਹ ਸਭ ਭਾਰਤ ਵਿੱਚ ਸੈਂਸਰਡ ਹੈ। ਰਿਪੋਰਟ ਮੁਤਾਬਕ ਆਨਲਾਈਨ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਦਾ ਮਾਰਚ 2019 ਤੱਕ ਮਾਰਕੀਟ ਸਾਈਜ਼ ਕਰੀਬ 500 ਕਰੋੜ ਸੀ, ਜੋ 2025 ਤੱਕ ਇਸ ਦੇ 4000 ਕਰੋੜ ਤੱਕ ਪਹੁੰਚਣ ਦਾ ਅੰਦਾਜ਼ਾ ਹੈ। 2019 ਦੇ ਅੰਤ ਤੱਕ ਭਾਰਤ ਵਿੱਚ 14 ਕਰੋੜ ਤੋਂ ਵੱਧ OTT ਪਲੇਟਫਾਰਮ ਯੂਜ਼ਰ ਸਨ। OTT ਯਾਨੀ ਓਵਰ ਦਾ ਟੌਪ ਪਲੇਟਫਾਰਮ ਆਡੀਓ ਤੇ ਵੀਡੀਓ ਹੋਸਟਿੰਗ ਅਤੇ ਸਟ੍ਰੀਮਿੰਗ ਸਰਵਿਸ ਹੈ ਜੋ ਕਿ ਇਹ ਕੰਟੈਂਟ ਮੁਹੱਈਆ ਕਰਵਾਉਂਦੀ ਹੈ। ਹੁਣ ਤੱਕ ਭਾਰਤ ਵਿੱਚ ਅਜਿਹਾ ਕੋਈ ਕਾਨੂੰਨ ਜਾਂ ਰੂਲਸ ਨਹੀਂ ਹਨ ਜੋ OTT ਪਲੇਟਫਾਰਮ ਨੂੰ ਰੈਗੂਲੇਟ ਕਰਨ, ਕਿਉਂਕਿ ਇਹ ਇੰਟਰਟੇਨਮੈਂਟ ਦਾ ਨਵਾਂ ਅਵਤਾਰ ਹੈ। ਹਾਲਾਂਕਿ ਰੇਡੀਓ, ਪ੍ਰਿੰਟ ਅਤੇ ਟੈਲੀਵਿਜ਼ਨ ਸਰਕਾਰ ਵੱਲੋਂ ਤੈਅ ਗਾਈਡਲਾਈਨ ਦੀ ਪਾਲਣਾ ਕਰਦੇ ਹਨ।
OTT ਪਲੇਟਫਾਰਮ ਨੂੰ, ਜਿਸ ਨੂੰ ਡਿਜੀਟਲ ਮੀਡੀਆ ਤੇ ਸੋਸ਼ਲ ਮੀਡੀਆ ਦੋ ਭਾਗਾਂ ਵਿੱਚ ਵੰਡ ਲਈਏ ਤਾਂ ਇਹਨਾਂ ਉੱਪਰ ਕਿਸੇ ਵੀ ਤਰ੍ਹਾਂ ਦੇ ਰੂਲ ਰੈਗੂਲੇਸ਼ਨ ਆਇਦ ਨਹੀਂ ਹੁੰਦੇ ਹਨ। ਭਾਰਤ ਵਿੱਚ ਇਸ ਉੱਪਰ ਰੈਗੂਲੇਸ਼ਨ ਨੂੰ ਲੈ ਕੇ ਲੰਬੀ ਵਿਚਾਰ ਚਰਚਾ ਤੇ ਡਿਬੇਟ ਹੈ। ਹਾਲਾਂਕਿ ਵੱਧਦੇ ਦਬਾਅ ਦਰਮਿਆਨ ਇੰਟਰਨੈਟ ਐਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ, ਜੋ ਕਿ ਇਸ ਦੀ ਨੁਮਾਇੰਦਗਾ ਬਾਡੀ ਹੈ, ਉਸ ਵੱਲੋਂ ਇੱਕ ਸੈਲਫ ਰੈਗੂਲੇਸ਼ਨ ਮਾਡਲ ਪੇਸ਼ ਕੀਤਾ ਗਿਆ ਹੈ। ਇਸ ਨਵੇਂ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਇਸ ਦਾ OTT ਪਲੇਟਫਾਰਮ ਤੇ ਕੀ ਅਸਰ ਪਵੇਗਾ, ਸਵਾਲ ਹੁਣ ਇਹ ਹੈ। ਤਾਂ ਇਸ ਦਾ ਜਵਾਬ ਹੈ ਕਿ ਸਭ ਤੋਂ ਪਹਿਲਾਂ ਇਸ ਪਲੇਟਫਾਰਮ ਲਈ ਇਹ ਮੁਸ਼ਕਿਲ ਹੋ ਜਾਵੇਗਾ ਕਿ ਆਪਣੇ ਕੰਟੈਂਟ ਜੋ ਉਸਨੇ ਨੁਮਾਇਸ਼ ਕਰਨਾ ਹੈ ਉਸ ਦੀ ਅਗਾਊਂ ਪ੍ਰਵਾਨਗੀ ਲਈ ਜਾਵੇ। ਇਹ ਇੱਕ ਪੇਚੀਦਾ ਪ੍ਰਕਿਰਿਆ ਹੋਵੇਗੀ। ਕੇਂਦਰ ਸਰਕਾਰ OTT ਪਲੇਟਫਾਰਮ ਨੂੰ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮੰਤਰਾਲੇ ਅਧੀਨ ਲਿਆਉਣਾ ਚਾਹੁੰਦੀ ਹੈ। ਸੋ ਇਸ ਤੋਂ ਬਾਅਦ ਜੇ ਪਲੇਟਫਾਰਮ ਨੇ ਜੋ ਕੰਟੈਂਟ ਵਿਖਾਉਣਾ ਹੈ ਉਸ ਲਈ ਸਰਟੀਫਿਕੇਸ਼ਨ ਲਾਜ਼ਮੀ ਹੋਵੇਗੀ, ਤਾਂ ਇਹਨਾਂ ਪਲੇਟਫਾਰਮ ਉੱਪਰ ਇਹ ਵੱਡੇ ਮਸਲੇ ਖੜੇ ਹੋ ਜਾਣਗੇ, ਕਿਉਂਕਿ ਇਹਨਾਂ ਉੱਪਰ ਜ਼ਿਆਦਾਤਰ ਕੰਟੈਂਟ ਭਾਰਤ ਵਿੱਚ ਸੈਂਸਰ ਦੇ ਦਾਇਰੇ ਵਿੱਚ ਆ ਜਾਵੇਗਾ। ਸੋ ਇਸ ਬਾਰੇ ਕਾਫੀ ਪੇਚੀਦਗੀਆਂ ਹਨ। ਇਹ ਮੁੱਢਲਾ ਨੋਟੀਫਿਕੇਸ਼ਨ ਹੈ। ਸਰਕਾਰ ਆਨਲਾਈਨ ਖੇਤਰ ਨੂੰ ਕਿਵੇਂ ਰੈਗੂਲੇਟ ਕਰੇਗੀ, ਕਿਸ ਤਰੀਕੇ ਇਸ ਨੂੰ ਦਾਇਰੇ ਵਿੱਚ ਲਿਆਂਦਾ ਜਾਵੇਗਾ, ਇਸ ਖੇਤਰ ਤੇ ਇਸ ਸਿੱਧਾ ਅਸਰ ਕੀ ਪਵੇਗਾ, ਇਸ ਨੂੰ ਲੈ ਕੇ ਬਹਿਸ ਇਹਨਾਂ ਹੁਕਮਾਂ ਤੋਂ ਬਾਅਦ ਜ਼ਰੂਰ ਪੱਕ ਗਈ ਹੈ। ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।